Dear students, welcome to Amrit Senior Secondary School. ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਨੂੰ 8th ਕਲਾਸ ਦੀ ਸਾਇੰਸ ਦੀ ਟੈਕਸਟ ਬੁੱਕ ਦਾ ਚੈਪਟਰ ਨੰਬਰ 4 ਮਟੀਰੀਅਲਸ, ਮੈਟਲਸ ਐਂਡ ਨੌਨ ਮੈਟਲਸ ਦੀ ਸੈਕਿੰਡ ਪਾਰਟ ਦੀ ਵੀਡੀਓ ਕਰਵਾਉਣ ਜਾ ਰਹੀ ਹਾਂ, ਜੋ ਕਿ ਤੁਹਾਡੀ ਬੁੱਕ ਦਾ ਪੇਜ ਨੰਬਰ 48 ਤੋਂ ਲੈ ਕੇ 52 ਦੇ ਵਿਚਕਾਰ ਹੈ। ਕੈਮੀਕਲ ਪ੍ਰੋਪਰਟੀਜ਼ ਆਫ ਮੈਟਲਸ ਐਂਡ ਨੌਨ ਮੈਟਲਸ। ਕਹਿੰਦਾ ਜੀ ਕੈਮੀਕਲ ਪ੍ਰੋਪਰਟੀਜ਼ ਕਰਨ ਜਾ ਰਹੇ ਹਾਂ ਅਸੀਂ ਮੈਟਲਸ ਤੇ ਨੌਨ ਮੈਟਲਸ ਦੀਆਂ। ਰਿਐਕਸ਼ਨ ਵਿਦ ਵਾਟਰ, ਮੈਟਲਸ ਪਾਣੀ ਦੇ ਨਾਲ ਕਿਸ ਤਰ੍ਹਾਂ ਦਾ ਰਿਐਕਸ਼ਨ ਕਰਦੇ ਨੇ। ਆਲ ਮੈਟਲਸ ਆਰ ਰਿਐਕਟ ਵਿਦ ਵਾਟਰ ਐਟ ਡਿਫਰੈਂਟ ਲੈਵਲ। ਕਹਿੰਦਾ ਜੀ ਸਾਰੇ ਮੈਟਲਸ ਪਾਣੀ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦਾ ਰਿਐਕਸ਼ਨ ਦਿੰਦੇ ਨੇ। ਫੋਰ ਐਗਜ਼ਾਮਪਲ ਸੋਡੀਅਮ ਮੈਟਲ ਇਜ਼ ਵੈਰੀ ਰਿਐਕਟਿਵ। ਕਹਿੰਦਾ ਜੀ ਐਗਜ਼ਾਮਪਲ ਲਿੱਤੀ ਉਹਨੇ ਸੋਡੀਅਮ ਦੀ। ਕਹਿੰਦਾ ਸੋਡੀਅਮ ਇੱਕ ਮੈਟਲ ਹੈ, ਪਾਣੀ ਦੇ ਨਾਲ ਬਹੁਤ ਜਲਦੀ ਰਿਐਕਸ਼ਨ ਕਰਦਾ ਹੈ। ਇਟ ਰਿਐਕਟ ਵਿਗੋਰਸਲੀ ਵਿਦ O2 ਐਂਡ ਵਾਟਰ। ਕਹਿੰਦਾ ਸੀ ਇਹ ਪਾਣੀ ਅਤੇ ਆਕਸੀਜਨ ਨਾਲ ਬਹੁਤ ਤੇਜ਼ੀ ਤਰ੍ਹਾਂ ਰਿਐਕਸ਼ਨ ਕਰਦਾ ਹੈ। ਏ ਲੋਟ ਆਫ ਹੀਟ ਇਜ਼ ਜਨਰੇਟਡ ਇਨ ਦਾ ਰਿਐਕਸ਼ਨ। ਅਤੇ ਇਸ ਦੇ ਨਾਲ ਬਹੁਤ ਜ਼ਿਆਦਾ ਹੀਟ ਪੈਦਾ ਹੁੰਦੀ ਹੈ ਜਦੋਂ ਇਹ ਰਿਐਕਸ਼ਨ ਕਰਦਾ ਹੈ। ਸੋ ਇਟ ਇਜ਼ ਸਟੋਰਡ ਇਨ ਕੈਰੋਸਿਨ ਆਇਲ। ਇਸ ਕਰਕੇ ਇਸ ਨੂੰ ਮਿੱਟੀ ਦੇ ਤੇਲ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ। ਜਦੋਂ ਇਸ ਨੂੰ ਬਾਹਰ ਰੱਖਦੇ ਹਾਂ ਖੁੱਲ੍ਹਾ ਸੋਡੀਅਮ ਨੂੰ, ਤਾਂ ਕੀ ਹੁੰਦਾ ਜੀ, ਇਹ ਜਲਦੀ ਰਿਐਕਟ ਕਰਨਾ ਲੱਗ ਪੈਂਦਾ ਪਾਣੀ ਅਤੇ ਆਕਸੀਜਨ ਦੇ ਨਾਲ, ਅਤੇ ਅੱਗ ਫੜ ਲੈਂਦਾ। ਇਸ ਦੇ ਨਾਲ ਬਹੁਤ ਜ਼ਿਆਦਾ ਹੀਟ ਪੈਦਾ ਹੁੰਦੀ ਹੈ। ਇਸ ਕਰਕੇ ਇਹ ਨਾ ਕਰੇ ਤਾਂ ਇਸ ਨੂੰ ਮਿੱਟੀ ਦੇ ਤੇਲ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ। ਸਮ ਅਦਰ ਮੈਟਲਸ ਰਿਐਕਟ ਵਿਦ ਵਾਟਰ ਸਲੋਲੀ। ਫੋਰ ਐਗਜ਼ਾਮਪਲ ਆਇਰਨ। ਕਹਿੰਦਾ ਜੀ ਇਸ 'ਤੇ ਉਲਟ ਅਸੀਂ ਗੱਲ ਕਰੀਏ ਕੁਛ ਹੋਰ ਮੈਟਲ ਦੀ, ਆਇਰਨ ਲੋਹੇ ਦੀ ਗੱਲ ਕੀਤੀ ਜਾਵੇ, ਤਾਂ ਇਹ ਪਾਣੀ ਦੇ ਨਾਲ ਬਹੁਤ ਹੌਲੀ ਰਿਐਕਸ਼ਨ ਕਰਦਾ ਹੈ। ਜਿਸ ਤਰ੍ਹਾਂ ਕਿ ਆਪਾਂ ਲੋਹੇ ਦੀ ਕੋਈ ਚੀਜ਼ ਹੈ, ਉਹਨੂੰ ਅਸੀਂ ਹੁਣ ਬਾਹਰ ਰੱਖੀਏ, ਜੇ ਅਸੀਂ 5 ਮਿੰਟ ਬਾਅਦ ਵੇਖੀਏ ਕਿ ਉਹਦੇ ਉੱਪਰ ਜੰਗਾਲ ਲੱਗ ਜਾਏਗੀ, ਰਸਟ ਲੱਗ ਜਾਏਗੀ? ਨਹੀਂ। ਜੇਕਰ 2-3 ਮਹੀਨਿਆਂ ਬਾਅਦ ਵੇਖਾਂਗੇ ਤਾਂ ਰਸਟਿੰਗ ਹੋਏਗੀ ਇਹਦੇ ਉੱਪਰ। ਇਸ ਕਰਕੇ ਉਹ ਕੀ ਹੈ ਜੀ, ਪਾਣੀ ਅਤੇ ਆਕਸੀਜਨ ਨਾਲ ਬਹੁਤ ਹੌਲੀ ਰਿਐਕਟ ਕਰਦਾ ਹੈ। ਨੌਨ ਮੈਟਲ ਡੂ ਨੋਟ ਰਿਐਕਟ ਵਿਦ ਵਾਟਰਸ। ਨੌਨ ਮੈਟਲਸ ਪਾਣੀ ਦੇ ਨਾਲ ਕੋਈ ਵੀ ਰਿਐਕਸ਼ਨ ਨਹੀਂ ਕਰਦੇ। ਫੋਰ ਐਗਜ਼ਾਮਪਲ ਫਾਸਫੋਰਸ ਇਜ਼ ਵੈਰੀ ਰਿਐਕਟਿਵ ਨੌਨ ਮੈਟਲ। ਕਹਿੰਦਾ ਜੀ ਐਗਜ਼ਾਮਪਲ ਲਿੱਤੀ ਫਾਸਫੋਰਸ ਦੀ, ਬਹੁਤ ਜ਼ਿਆਦਾ ਰਿਐਕਟਿਵ ਮੈਟਲ ਹੈ, ਪਰ ਇਹ ਵੀ ਪਾਣੀ ਦੇ ਨਾਲ ਜਲਦੀ ਰਿਐਕਟ ਨਹੀਂ ਕਰਦੀ। ਇਟ ਕੈਚ ਫਾਇਰ ਇਫ ਐਕਸਪੋਜ਼ ਟੂ ਏਅਰ। ਜੇਕਰ ਇਸ ਨੂੰ ਬਾਹਰ ਖੁੱਲ੍ਹਾ ਰੱਖਿਆ ਜਾਵੇ ਤਾਂ ਕੀ ਹੈ ਜੀ, ਇਹ ਵੀ ਅੱਗ ਫੜ ਲੈਂਦੀ ਹੈ। ਸੋ ਇਟ ਇਜ਼ ਸਟੋਰਡ ਇਨ ਵਾਟਰ। ਇਸ ਕਰਕੇ ਇਸ ਨੂੰ ਵੀ ਪਾਣੀ ਦੇ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਤਾਂ ਜੋ ਇਹ ਬਾਹਰ ਖੁੱਲ੍ਹੇ 'ਚ ਅੱਗ ਨਾ ਫੜ ਸਕੇ। ਰਿਐਕਸ਼ਨ ਵਿਦ ਐਸਿਡਸ। ਮੈਟਲਸ ਅਤੇ ਨੌਨ ਮੈਟਲਸ ਐਸਿਡ ਦੇ ਨਾਲ ਕਿਸ ਤਰ੍ਹਾਂ ਦੀ ਰਿਐਕਸ਼ਨ ਕਰਦੇ ਨੇ। ਨੌਨ ਮੈਟਲਸ ਜਨਰਲੀ ਡੂ ਨੋਟ ਰਿਐਕਟ ਵਿਦ ਐਸਿਡ। ਕਹਿੰਦਾ ਨੌਨ ਮੈਟਲਸ ਜਿਹੜੀਆਂ ਹੋਣਗੀਆਂ ਐਸਿਡ ਦੇ ਨਾਲ ਕੋਈ ਵੀ ਰਿਐਕਸ਼ਨ ਨਹੀਂ ਕਰਦੀਆਂ। ਬਟ ਮੈਟਲਸ ਰਿਐਕਟ ਵਿਦ ਐਸਿਡ ਐਂਡ ਪ੍ਰੋਡਿਊਸ H2 ਗੈਸ ਦੈਟ ਬਰਨਸ ਵਿਦ ਏ ਪੌਪ ਸਾਊਂਡ। ਕਹਿੰਦਾ ਜੀ ਪਰ ਮੈਟਲਸ ਕੀ ਨੇ, ਇਹ ਤੇਜ਼ਾਬ ਦੇ ਨਾਲ ਐਸਿਡ ਦੇ ਨਾਲ ਬਹੁਤ ਜ਼ਿਆਦਾ ਰਿਐਕਸ਼ਨ ਕਰਦੀਆਂ ਨੇ ਅਤੇ H2 ਹਾਈਡਰੋਜਨ ਗੈਸ ਵੀ ਪੈਦਾ ਕਰਦੀਆਂ ਨੇ। ਜਦੋਂ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ ਅਤੇ ਉਹਨਾਂ ਦੇ ਬਲਣ ਦੇ ਨਾਲ ਪੌਪ ਸਾਊਂਡ ਨਿਕਲਦਾ, ਉਹ ਤੁਹਾਨੂੰ ਪਤਾ ਲੱਗਦਾ ਜੀ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ। ਜਦੋਂ ਕਿਸੇ ਵੀ ਰਿਐਕਸ਼ਨ ਦੇ ਵਿੱਚੋਂ ਪੌਪ ਸਾਊਂਡ ਨਿਕਲਦਾ ਹੋਵੇ, ਦੈਟਸ ਮੀਨ ਉੱਥੇ ਕਿਹੜੀ ਗੈਸ ਬਣ ਕੇ ਬਾਹਰ ਆ ਰਹੀ ਹੈ ਜੀ, ਹਾਈਡਰੋਜਨ ਗੈਸ ਬਣ ਕੇ ਬਾਹਰ ਆ ਰਹੀ ਹੈ। Copper does not react with dilute hydrochloric acid even on heating, but it react with sulfuric acid। ਕਹਿੰਦਾ ਜੀ ਕਾਪਰ ਹਲਕੇ ਗਰਮ ਹਾਈਡਰੋਕਲੋਰਿਕ ਐਸਿਡ ਦੇ ਨਾਲ ਕੋਈ ਵੀ ਜਦੋਂ ਉਹਨੂੰ ਗਰਮ ਕੀਤਾ ਜਾਂਦਾ ਹੈ ਤਾਂ ਕੋਈ ਵੀ ਰਿਐਕਟ ਨਹੀਂ ਕਰਦਾ, ਪਰ ਜਦੋਂ ਉਹਨੂੰ ਸਲਫਿਊਰਿਕ ਐਸਿਡ ਦੇ ਨਾਲ ਪਾਇਆ ਜਾਂਦਾ ਕਾਪਰ ਨੂੰ, ਤਾਂ ਰਿਐਕਟ ਕਰਨਾ ਸ਼ੁਰੂ ਕਰ ਦਿੰਦਾ। ਜਿਵੇਂ ਕਾਪਰ ਸਲਫਿਊਰਿਕ ਐਸਿਡ ਪਾਇਆ ਜੀ, ਕਾਪਰ ਦੇ ਨਾਲ ਸਲਫਿਊਰਿਕ ਐਸਿਡ ਪਾਇਆ ਤਾਂ ਕੀ ਬਣ ਜਾਏਗਾ, ਕਾਪਰ ਸਲਫੇਟ। ਅਤੇ ਦੋਨਾਂ ਵਿੱਚ ਕਿਹੜੀ ਗੈਸ ਬਣ ਕੇ ਬਾਹਰ ਆ ਰਹੀ ਹੈ ਜੀ, ਹਾਈਡਰੋਜਨ ਗੈਸ ਬਣ ਕੇ ਬਾਹਰ ਆ ਰਹੀ ਹੈ। ਕਾਪਰ ਦੇ ਨਾਲ ਸਲਫਿਊਰਿਕ ਐਸਿਡ ਪਾਇਆ ਗਿਆ ਸੀ H2SO4, ਅਤੇ SO4 ਕਿਹਦੇ ਨਾਲ ਚੱਲ ਗਿਆ ਜੀ, ਕਾਪਰ ਦੇ ਨਾਲ, ਅਤੇ ਬਾਕੀ ਕੀ ਬਚਿਆ H2, ਦੈਟਸ ਮੀਨ ਹਾਈਡਰੋਜਨ ਗੈਸ ਬਣ ਗਈ। ਇਹਦੀ ਇੱਕ ਹੋਰ ਐਗਜ਼ਾਮਪਲ ਦੱਸ ਰਹੇ ਹਾਂ ਜੀ। ਤੁਹਾਡੇ ਕੋਲ 2 ਬੀਕਰਸ ਨੇ, ਠੀਕ ਹੈ ਜੀ। ਇੱਕ ਦੇ ਵਿੱਚ ਕੀ ਹੈ ਜੀ, ਕਾਪਰ ਪਾਇਆ ਅਤੇ H2SO4 ਹਾਈਡਰੋਕਲੋਰਿਕ ਐਸਿਡ ਪਾਇਆ, ਰਿਐਕਟ ਕੀ ਹੋਇਆ ਅਤੇ ਕੀ ਬਣ ਗਿਆ ਜੀ, ਕਾਪਰ ਸਲਫੇਟ। ਅਤੇ ਕਿਹੜੀ ਗੈਸ ਬਣ ਕੇ ਬਾਹਰ ਜਾ ਰਹੀ ਹੈ ਜੀ, H2 ਹਾਈਡਰੋਜਨ। ਜਦੋਂ ਇਹਦੇ ਕੋਲ ਮਾਚਿਸ ਤਿਲੀ ਲੈ ਕੇ ਜਾਓਗੇ H2 ਗੈਸ ਦੇ ਕੋਲ, ਇਹਨੂੰ ਬਰਨਸ ਕਰਦੇ ਪਏ ਨੇ, ਅਤੇ ਕੀ ਆਵਾਜ਼ ਨਿਕਲ ਰਹੀ ਹੈ, ਪੌਪ ਸਾਊਂਡ ਦੀ। ਪੌਪ ਤਰ੍ਹਾਂ ਦੀ ਆਵਾਜ਼ ਆ ਰਹੀ ਹੈ, ਜਿਸ ਤਰ੍ਹਾਂ ਕੋਈ ਪਟਾਕਾ ਚੱਲਦਾ ਹੁੰਦਾ, ਉਸ ਤਰ੍ਹਾਂ ਦੀ ਆਵਾਜ਼ ਪੈਦਾ ਹੋ ਰਹੀ ਹੈ। ਉਹ ਸਾਨੂੰ ਦੱਸੇਗੀ ਜੀ ਇਕੁਏਸ਼ਨ ਦੇ ਵਿੱਚੋਂ H2 ਗੈਸ ਬਣ ਚੁੱਕੀ ਹੈ। ਡਿਸਪਲੇਸਮੈਂਟ ਰਿਐਕਸ਼ਨ। ਏ ਮੋਰ ਰਿਐਕਟਿਵ ਮੈਟਲ ਕੈਨ ਰਿਪਲੇਸ ਏ ਲੈਸ ਰਿਐਕਟਿਵ ਮੈਟਲ। ਕਹਿੰਦਾ ਜੀ ਜਿਹੜੀ ਬਹੁਤ ਜ਼ਿਆਦਾ ਰਿਐਕਟਿਵ ਮੈਟਲ ਹੋਏਗੀ, ਉਹ ਕੀ ਡਿਸਪਲੇਸਮੈਂਟ ਕਰੇਗੀ, ਲੈਸ ਰਿਐਕਟਿਵ ਮੈਟਲ ਨੂੰ। ਜਿਹੜੀ ਮੋਰ ਰਿਐਕਟਿਵ, ਜਿਹੜੀ ਬਹੁਤ ਜ਼ਿਆਦਾ ਰਿਐਕਟਿਵ ਮੈਟਲ ਹੈ, ਉਹ ਘੱਟ ਰਿਐਕਟਿਵ ਮੈਟਲ ਨੂੰ ਡਿਸਪਲੇਸ ਕਰ ਸਕਦੀ ਹੈ। ਬਟ ਲੈਸ ਰਿਐਕਟਿਵ ਮੈਟਲ ਕੈਨ ਨਾਟ ਰਿਪਲੇਸ ਏ more active metal is called displacement reaction।
हाँ जी, कहता जी ज़्यादा बहुत ज़्यादा डिस करती पई है रिएक्शन, वो घट रिएक्शन मैटल्स में चेंज कर सकती है, पर जी घट हैगी है, ठीक है जी, रिएक्शन करती पई मैटल और ज़्यादा रिएक्शन करने वाले मैटल में आपस चेंज नहीं कर सकती, उसनों की बोलते हैं जी डिसप्लेसमेंट रिएक्शन। लेट अस सम एक्टिविटी, एक एक्टिविटी करते हैं, सब समझ लग जाएगी जी। बिकर लो, उहदे की पाया जी कॉपर सल्फेट ते जिंक, फिर की बनेगा, तुहाडी बुक दे विच डायग्राम दे नज़र आ ही रहा जी, उहदे विच की है, उन्हें की पाया एक बिकर दे विच कॉपर सल्फेट पाया होया ते प्लस नाल की सिटिया होया जी, उन्हें जिंक पाया होया विच। थोड़ी देर बाद की होएगा, ਜਦੋਂ दोनों की रिएक्शन होएगी तो की होएगा जी, ये सारा पानी पहला ब्लू कलर नज़र आ रहा पानी, तो बाद चो सानूं की नज़र आएगा जी, इधर रैड कलर का पाउडर नज़र आना शुरू होगा, थले जम्मिया होया, तो जो ब्लू कलर है वो बिल्कुल ही डिसअपेयर हो जाएगा, सानूं नज़र ही नहीं आएगा। क्यों नज़र नहीं आएगा जी? जिंक डिस रिप्लेस कॉपर फ्रॉम कॉपर सल्फेट, क्योंकि जिंक की करता पाया रिप्लेस करता जी कॉपर नूं किहदे नाल, कॉपर सल्फेट दे नाल। इहदे विच की है कॉपर सल्फेट CuSO4 है, तो Zn जिंक है जी। That is why the blue color of copper sulfate disappear and powdery red mass of copper is deposited at the bottom of the beaker। कहना जिस करके ਉਹਦਾ ब्लू कलर ਤੁਹਾਨੂੰ नज़र ही नहीं आएगा, तो ਉਹਦੇ ਜਿਹੜਾ ਰੈੱਡ ਕਲਰ ਦਾ ਪਾਊਡਰ ਹੈ ਉਹ ਬੀਕਰ ਦੇ ਨੀਚੇ ਨਜ਼ਰ ਤੁਹਾਨੂੰ ਆਣਾ ਸ਼ੁਰੂ ਹੋ ਜਾਏਗਾ। The reaction can be represented by, ਵੇਖੋ ਜੀ copper sulfate ਸੀ CuSO4 प्लस की नाल जिंक, तो की है जी जिंक की है मोर एक्टिव मैटल है और लैस रिएक्टिव मैटल में चेंज कर सकती है ना, ये की बन जाएगा जिंक के नाल की आ जाएगा जिंक सल्फेट ZnSO4, तो खाली के बचा कॉपर, दैट्स मीन कॉपर की अलग कला रह जाएगा। क्यों? क्योंकि जिंक की है ज़्यादा रिएक्टिव मैटल है एज कंपेयर टू कॉपर सल्फेट के नाल, कॉपर के नालों भी, ठीक है जी, इस करके अपने नाल जिंक सल्फेट हो जाएगा। इनू कहते हैं डिसप्लेसमेंट रिएक्शन। अगों गल करते पे जी यूजेस ऑफ मैटल्स एंड नॉन मैटल्स। मैटल्स ते नॉन मैटल्स के यूजेस कित्थे कित्थे होंदे साडी डेली लाइफ दे विच, सानूं इन्नी गल ते पता चल चुकी है जी, दुनिया के जिन्ने मटीरियल्स बने ने मैटल्स या नॉन मैटल्स होणगे, इस तो इलावा कोई भी मटीरियल्स नहीं हुंदा, तो इस करके असीं कह सकते हैं साडी डेली लाइफ दे विच मैटल्स और नॉन मैटल्स की बहुत ज़्यादा लोड़ हुंदी है। मटीरियल्स आर वेरी यूजफुल इन आवर डेली लाइफ। मैटल्स आर यूज इन मेकिंग मशीनरीज, ऑटोमोबाइल्स, एरोप्लेन्स, ट्रेन, सैटेलाइट्स, इंडस्ट्रियल गैजेट्स, कुकिंग इंस्टल्स, ठीक है जी, वाटर बॉयलर्स आदि। सानू की है जी जो भी चीज़ां दुनिया ते बनिया हुई ने सारियां किहदियां ने मैटल्स, मैटल्स की गई ने, ठीक है, कॉपर हो गया, आयरन हो गया, सारी चीज़ां मैटल्स ही ने ना, सारियां चीज़ां इन्हां दी बनिया होणगियां। इस तरह यूज ऑफ नॉन मैटल्स, नॉन मैटल्स सारे किते किते यूज हो रहा। नॉन मैटल यूज इन फर्टिलाइजर टू इनहैंस द ग्रोथ ऑफ प्लांट्स, कहता जी असीं फर्टिलाइजर दे विच नॉन मैटल्स पाने पे हैं, ठीक है, तां जो साडे प्लांट्स की ग्रोथ ज़्यादा वधिया हो सके। वाटर प्यूरीफिकेशनस, जो वाटर प्यूरीफिकेशन किया जाता उदों भी नॉन मैटल यूज़ किए जाते हैं। यूज इन क्रैकर्स, पटाकियां दे विच यूज़ हुंदा जी। नॉन मैटल यूज इन द पर्पल कलर्ड सोल्यूशन विच इज़ अप्लाइड ऑन वॉन्ट्स एज एन एंटीसैप्टिक, कहते जी नॉन मैटल एक तुहाडा पर्पल कलर का लिक्विड जी मैडिसन आती है, ठीक है जी, वो भी असीं लगाने अपने जख्मां दे उपर तां साडे जख्म जल्दी तरह सुक जान, एंटीसैप्टिक तौर पर यूज़ करते पे, वो भी की है जी नॉन मैटल्स है। इस तो इलावा नॉन मैटल साडी जिंदगी च बहुत ज़्यादा थावां ते यूज़ किए जाते हैं। सारी वीडियो नूं ध्यान नाल वेखो, सुनो तो पढ़ो, जो मैं तुहानूं होमवर्क दे रही हाँ जी इस दे रिलेटिड ही है, तुहानूं बहुत आसान होमवर्क है, इन्हें अपनी साइंस की कॉपी ते करना है। फर्स्ट क्वेश्चन, व्हाट इज़ डिसप्लेसमेंट रिएक्शन, डिसप्लेसमेंट रिएक्शन की हुंदा तुसीं ओह दसना है। सैकेंड क्वेश्चन, विच मैटल रिएक्ट विद वाटर स्लोली, किहड़ा मैटल है जी जो पानी दे नाल बहुत हौली हौली रिएक्ट करता है। सोडियम इज़ वेरी एक्टिव मैटल, यस या नो, तुसीं ला के टिक ला के दसना है, टिक लाउणी है जो रोंग लाउणा है तो वेखना है जी। चौथा क्वेश्चन, फास्फोरस इज़ स्टोर्ड इन डैश, फास्फोरस कित्थे स्टोर की जाती है जी, वाटर, ऑयल, एयर के नन ऑफ दिस, इन्हां चारां विच कित्थे कीता जांदा है फास्फोरस नूं। विच ऑफ द फॉलोइंग गैस इज़ रिलीज वैन ए मैटल रिएक्ट विद एसिड, किहड़ी गैस बन के बाहर आउंदी है जदों मैटल एसिड दे नाल रिएक्ट करदे ने। O2 ऑक्सीजन, H2 हाइड्रोजन, CO2 कार्बन डाइऑक्साइड के नन ऑफ दिस। थैंक यू बेटा जी।